ਹੈਲੋ ਸਟੂਡੈਂਟਸ, ਹਾਊ ਆਰ ਯੂ। ਉਮੀਦ ਹੈ ਤੁਸੀਂ ਸਭ ਠੀਕ ਠਾਕ ਹੋਵੋਗੇ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਨੇ ਕਲਾਸ 11 ਕੈਮਿਸਟਰੀ ਯੂਨਿਟ ਫਸਟ ਸਮ ਬੇਸਿਕ ਕਨਸੈਪਟਸ ਆਫ ਕੈਮਿਸਟਰੀ ਸਟਾਰਟ ਕੀਤਾ ਹੋਇਆ ਹੈ ਅਤੇ ਉਸ ਦੇ ਵਿੱਚ ਆਪਾਂ ਅੱਜ ਮਿਕਸਚਰਸ ਬਾਰੇ ਪੜ੍ਹਾਂਗੇ ਕਿ ਮਿਕਸਚਰਸ ਕੀ ਹੁੰਦੇ ਨੇ, ਉਸ ਦੀਆਂ ਕਿਹੜੀਆਂ ਟਾਈਪਸ ਹੁੰਦੀਆਂ ਨੇ ਅਤੇ ਉਸ ਤੋਂ ਬਾਅਦ ਅਸੀਂ ਕੰਪਾਊਂਡ ਅਤੇ ਮਿਕਸਚਰ ਦੇ ਵਿੱਚ ਕੀ ਡਿਫਰੈਂਸ ਹੁੰਦਾ ਹੈ ਉਹਦੇ ਬਾਰੇ ਪੜ੍ਹਾਂਗੇ। ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਅਤੇ ਨਾਲ ਦੀ ਨਾਲ ਬੈਲ ਦੇ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਮੇਰੀ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਸੋ ਵਿਦਆਊਟ ਵੇਸਟਿੰਗ ਐਨੀ ਟਾਈਮ ਲੈਟਸ ਸਟਾਰਟ ਆਵਰ ਟੋਪਿਕ। ਹਾਂਜੀ, ਸੋ ਅੱਜ ਅਸੀਂ ਸਭ ਤੋਂ ਪਹਿਲਾਂ ਮਿਕਸਚਰ ਬਾਰੇ ਪੜ੍ਹਨਾ ਹੈ ਕਿ ਮਿਕਸਚਰਸ ਹੁੰਦੇ ਕੀ ਨੇ। ਮਿਕਸਚਰਸ ਕੰਟੇਨ ਮੋਰ ਦੈਨ ਵਨ ਕਾਈਂਡ ਆਫ ਪਿਓਰ ਫਾਰਮ ਆਫ ਮੈਟਰ ਨੋਨ ਐਜ਼ ਸਬਸਟਾਂਸ। ਮਿਕਸਚਰ ਇੱਕ ਤੋਂ ਜ਼ਿਆਦਾ ਕਿਸਮ ਦੇ ਪਿਓਰ ਮੈਟਰ ਤੋਂ ਬਣਦਾ ਹੈ ਜਿਸ ਨੂੰ ਅਸੀਂ ਸਬਸਟਾਂਸ ਜਾਂ ਪੰਜਾਬੀ ਵਿੱਚ ਪਦਾਰਥ ਆਖਦੇ ਹਾਂ। ਇਟ ਇਜ਼ ਅ ਸਿੰਪਲ ਕੰਬੀਨੇਸ਼ਨ ਆਫ ਟੂ ਔਰ ਮੋਰ ਸਬਸਟਾਂਸਿਸ। ਅਸੀਂ ਇਹ ਕਹਿ ਸਕਦੇ ਹਾਂ ਕਿ ਮਿਕਸਚਰ ਦੋ ਜਾਂ ਦੋ ਤੋਂ ਜ਼ਿਆਦਾ ਸਬਸਟਾਂਸਿਸ ਦੀ ਇੱਕ ਸਿੰਪਲ ਤਰ੍ਹਾਂ ਦੀ ਕੰਬੀਨੇਸ਼ਨ ਹੈ ਇਨ ਵਿਚ ਦ ਕੌਂਸਟੀਚੂਐਂਟ ਸਬਸਟਾਂਸਿਸ ਰਿਟੇਨ ਦੇਅਰ ਆਇਡੈਂਟੀਟੀਜ਼, ਜਿਸ ਦੇ ਵਿੱਚ ਮਿਕਸਚਰ ਅਤੇ ਉਸ ਨੂੰ ਬਣਾਉਣ ਵਾਲੇ ਸਬਸਟਾਂਸਿਸ ਦੋਨਾਂ ਦੀਆਂ ਜਿਹੜੀਆਂ ਪ੍ਰੋਪਰਟੀਜ਼ ਨੇ ਜਾਂ ਆਇਡੈਂਟੀਟੀਜ਼ ਨੇ ਉਹ ਸੇਮ ਰਹਿੰਦੀਆਂ ਨੇ। ਜਦੋਂ ਕਿ ਕੰਪਾਊਂਡ ਦੇ ਵਿੱਚ ਅਸੀਂ ਦੇਖਿਆ ਸੀ ਕਿ ਕੰਪਾਊਂਡ ਅਤੇ ਉਸ ਨੂੰ ਬਣਾਉਣ ਵਾਲੇ ਜਿਹੜੇ ਕੌਂਸਟੀਚੂਐਂਟ ਪਾਰਟੀਕਲਸ ਸੀ ਉਹਨਾਂ ਦੀਆਂ ਪ੍ਰੋਪਰਟੀਜ਼ ਅਲੱਗ-ਅਲੱਗ ਹੁੰਦੀਆਂ ਸੀ। ਦ ਕੰਪੋਜੀਸ਼ਨ ਆਫ ਦ ਮਿਕਸਚਰ ਮੇ ਬੀ ਵੇਰੀਡ ਟੂ ਐਨੀ ਐਕਸਟੈਂਟ। ਹਾਂਜੀ, ਮਿਕਸਚਰ ਨੂੰ ਬਣਾਉਣ ਵਾਲੇ ਕੰਪੋਨੈਂਟਸ ਦੀ ਜਿਹੜੀ ਐਕਸਟੈਂਟ ਹੈ ਜਾਂ ਅਮਾਊਂਟ ਹੈ ਉਹ ਅਸੀਂ ਕਿਸੇ ਹੱਦ ਤੱਕ ਵੀ ਵੇਰੀ ਕਰ ਸਕਦੇ ਹਾਂ। ਦ ਸਬਸਟਾਂਸਿਸ ਪ੍ਰੈਜ਼ੈਂਟ ਇਨ ਅ ਮਿਕਸਚਰ ਆਰ ਕਾਲਡ ਇਟਸ ਕੰਪੋਨੈਂਟਸ। ਮਿਕਸਚਰ ਦੇ ਵਿੱਚ ਜਿੰਨੇ ਵੀ ਸਬਸਟਾਂਸ ਜਾਂ ਜਿੰਨੇ ਵੀ ਪਦਾਰਥ ਹੋਣਗੇ ਉਹਨਾਂ ਨੂੰ ਅਸੀਂ ਕੰਪੋਨੈਂਟਸ ਆਖਦੇ ਹਾਂ। ਦੇਅਰਫੋਰ ਅ ਮਿਕਸਚਰ may contain two or more substances in any ratio। ਇਸ ਕਰਕੇ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਮਿਕਸਚਰ ਦੋ ਜਾਂ ਦੋ ਤੋਂ ਵੱਧ ਸਬਸਟਾਂਸਿਸ ਤੋਂ ਮਿਲ ਕੇ ਬਣਦਾ ਹੈ ਅਤੇ ਉਹ ਸਬਸਟਾਂਸ ਕਿਸੇ ਵੀ ਰੇਸ਼ੋ ਵਿੱਚ ਹੋ ਸਕਦੇ ਹਨ। ਹਾਂਜੀ, ਤਾਂ ਮਿਕਸਚਰ ਦੀ ਡੈਫੀਨੇਸ਼ਨ ਹੈ ਕਿ ਮਿਕਸਚਰ ਇਜ਼ ਅ ਕੰਬੀਨੇਸ਼ਨ ਆਫ ਟੂ ਔਰ ਮੋਰ ਐਲੀਮੈਂਟਸ ਔਰ ਕੰਪਾਊਂਡਸ ਇਨ ਐਨੀ ਪ੍ਰਪੋਰਸ਼ਨ। ਮਿਕਸਚਰ ਦੋ ਜਾਂ ਦੋ ਤੋਂ ਜ਼ਿਆਦਾ ਐਲੀਮੈਂਟਸ ਤੋਂ ਮਿਲਾ ਕੇ ਜਾਂ ਦੋ ਜਾਂ ਦੋ ਤੋਂ ਜ਼ਿਆਦਾ ਕੰਪਾਊਂਡਸ ਨੂੰ ਮਿਲਾ ਕੇ ਬਣਦਾ ਹੈ ਅਤੇ ਉਹਨਾਂ ਐਲੀਮੈਂਟਸ ਅਤੇ ਕੰਪਾਊਂਡ ਦੀ ਆਪਸ ਵਿੱਚ ਕੋਈ ਵੀ ਪ੍ਰਪੋਰਸ਼ਨ ਹੋ ਸਕਦੀ ਹੈ ਸੋ ਦੈਟ ਦ ਕੰਪੋਨੈਂਟਸ ਡੂ ਨਾਟ ਲਾਸ ਦੇਅਰ ਆਇਡੈਂਟੀਟੀ। ਮਤਲਬ ਕਿ ਜਿਨ੍ਹਾਂ ਕੰਪੋਨੈਂਟਸ ਤੋਂ ਮਿਕਸਚਰ ਬਣਦਾ ਹੈ ਮਿਕਸਚਰ ਦੀਆਂ ਅਤੇ ਕੰਪੋਨੈਂਟਸ ਦੀਆਂ ਜਿਹੜੀਆਂ ਪ੍ਰੋਪਰਟੀਜ਼ ਨੇ ਉਹ ਸੇਮ ਰਹਿੰਦੀਆਂ ਨੇ। ਮੈਨੀ ਆਫ ਦ ਸਬਸਟਾਂਸਿਸ ਪ੍ਰੈਜ਼ੈਂਟ ਅਰਾਊਂਡ ਅਸ ਆਰ ਮਿਕਸਚਰ। ਸਾਡੇ ਆਲੇ ਦੁਆਲੇ ਜ਼ਿਆਦਾਤਰ ਸਬਸਟਾਂਸ ਸਾਨੂੰ ਮਿਕਸਚਰ ਦੀ ਫਾਰਮ ਦੇ ਵਿੱਚ ਮਿਲਦੇ ਨੇ। ਫੋਰ ਐਗਜ਼ਾਮਪਲ ਸ਼ੂਗਰ ਸਲਿਊਸ਼ਨ ਇਨ ਵਾਟਰ ਹੈ, ਏਅਰ ਹੈ, ਸੌਫਟ ਡਰਿੰਕ ਹੋ ਗਿਆ ਜਾਂ ਸੋਇਲ ਹੋ ਗਈ। ਇਹ ਤੁਹਾਡੇ ਸਾਰੇ ਦੇ ਸਾਰੇ ਮਿਕਸਚਰਸ ਨੇ ਕਿਉਂਕਿ ਇਹ ਦੋ ਜਾਂ ਦੋ ਤੋਂ ਵੱਧ ਤਰ੍ਹਾਂ ਦੇ ਕੰਪੋਨੈਂਟਸ ਤੋਂ ਮਿਲ ਕੇ ਬਣਦੇ ਨੇ ਅਤੇ ਉਹਨਾਂ ਕੰਪੋਨੈਂਟਸ ਦੀ ਆਪਸ ਦੇ ਵਿੱਚ ਜਿਹੜੀ ਮਾਸ ਦੀ ਰੇਸ਼ੋ ਹੈ ਅਤੇ ਕਿਸੇ ਵੀ ਐਕਸਟੈਂਟ ਤੱਕ ਹੋ ਸਕਦੀ ਹੈ। ਹਾਂਜੀ, ਇਸ ਤੋਂ ਬਾਅਦ ਅਸੀਂ ਟਾਈਪਸ ਆਫ ਮਿਕਸਚਰ ਪੜ੍ਹਾਂਗੇ। ਮਿਕਸਚਰ ਦੋ ਤਰ੍ਹਾਂ ਦੇ ਹੁੰਦੇ ਨੇ। ਪਹਿਲਾ ਹੈ ਹੋਮੋਜੀਨੀਅਸ ਮਿਕਸਚਰ ਅਤੇ ਸੈਕਿੰਡ ਵਨ ਹੈ ਹੈਟਰੋਜੀਨੀਅਸ ਮਿਕਸਚਰ। ਅਤੇ ਇਹਨਾਂ ਨੂੰ ਆਪਾਂ ਵਾਰੀ ਡਿਸਕਸ ਕਰਦੇ ਹਾਂ ਵੀ ਇਹ ਕੀ ਹੁੰਦੇ ਨੇ। ਸਭ ਤੋਂ ਪਹਿਲਾਂ ਹੈ ਜੀ ਸਾਡੇ ਕੋਲ ਹੋਮੋਜੀਨੀਅਸ ਮਿਕਸਚਰ। ਆ ਮਿਕਸਚਰ ਇਜ਼ ਸੈਡ ਟੂ ਬੀ ਹੋਮੋਜੀਨੀਅਸ। ਮਿਕਸਚਰ ਨੂੰ ਹੋਮੋਜੀਨੀਅਸ ਉਦੋਂ ਕਹਾਂਗੇ ਇਫ ਇਟ ਹੈਜ਼ ਆ ਯੂਨੀਫਾਰਮ ਕੰਪੋਜੀਸ਼ਨ ਥਰੂ ਆਊਟ। ਜੇ ਇਸ ਨੂੰ ਬਣਾਉਣ ਵਾਲੇ ਕੰਪੋਨੈਂਟਸ ਜਾਂ ਸਬਸਟਾਂਸਿਸ ਦੀ ਜਿਹੜੀ ਕੰਪੋਜੀਸ਼ਨ ਹੈ ਉਹ ਸੇਮ ਰਹਿੰਦੀ ਹੈ। ਦ ਕੰਪੋਨੈਂਟਸ ਆਫ ਅ ਮਿਕਸਚਰ ਕੈਨ ਨਾਟ ਬੀ ਸੀਨ ਈਵਨ ਅੰਡਰ ਆ ਪਾਵਰਫੁਲ ਮਾਈਕਰੋਸਕੋਪ। ਹੋਮੋਜੀਨੀਅਸ ਮਿਕਸਚਰ ਦੀ ਇੱਕ ਹੋਰ ਵੀ ਪ੍ਰੋਪਰਟੀ ਹੈ ਕਿ ਇਹਨਾਂ ਦੇ ਕੰਪੋਨੈਂਟਸ ਨੂੰ ਅਸੀਂ ਇੱਕ ਪਾਵਰਫੁਲ ਮਾਈਕਰੋਸਕੋਪ ਦੇ ਨਾਲ ਵੀ ਨਹੀਂ ਦੇਖ ਸਕਦੇ। ਹੋਮੋਜੀਨੀਅਸ ਮਿਕਸਚਰਸ ਆਰ ਆਲਸੋ ਕਾਲਡ ਸਲਿਊਸ਼ਨਸ।
ਹੋਮੋਜੀਨੀਅਸ ਮਿਕਸਚਰ ਨੂੰ ਅਸੀਂ ਸੋਲਿਊਸ਼ਨ ਵੀ ਕਹਿ ਸਕਦੇ ਹਾਂ। ਤਾਂ ਹੋਮੋਜੀਨੀਅਸ ਮਿਕਸਚਰ ਦੀ ਜਿਹੜੀ ਬੈਸਟ ਐਗਜ਼ਾਮਪਲ ਹੈ ਉਹ ਏਅਰ ਹੈ, ਬਿਕੋਜ਼ ਏਅਰ ਇਜ਼ ਦਾ combination of number of gases such as oxygen, nitrogen, carbon dioxide, water vapors, etc. and the composition of air is same everywhere। ਤਾਂ air ਵੀ ਇੱਕ homogeneous mixture ਹੈ ਕਿਉਂਕਿ ਇਸ ਦੇ ਵਿੱਚ ਜਿਹੜੀ composition ਹੈ ਇਸ ਦੇ components ਦੀ like oxygen, nitrogen, carbon dioxide and water vapors ਉਹ same ਹੋਵੇਗੀ ਹਰ ਜਗ੍ਹਾ 'ਤੇ। ਸੋ ਸੈਕੰਡ ਟਾਈਪ ਸਾਡੇ ਕੋਲ ਆਉਂਦੀ ਹੈ ਜੀ ਹੋਮੋਜੀਨੀਅਸ ਮਿਕਸਚਰ। ਆ ਮਿਕਸਚਰ ਇਜ਼ ਸੈਡ ਟੂ ਬੀ ਹੈਟਰੋਜੀਨੀਅਸ। ਉਸ ਮਿਕਸਚਰ ਨੂੰ ਅਸੀਂ ਹੈਟਰੋਜੀਨੀਅਸ ਕਹਾਂਗੇ ਇਫ ਇਟਸ ਕੰਪੋਜੀਸ਼ਨ ਇਜ਼ ਨਾਟ ਯੂਨੀਫਾਰਮ ਥਰੂ ਆਊਟ। ਅਗਰ ਇਸ ਦੇ ਕੰਪੋਨੈਂਟਸ ਦੀ ਜਿਹੜੀ ਕੰਪੋਜੀਸ਼ਨ ਹੈ ਉਹ ਇੱਕ ਬਰਾਬਰ ਨਹੀਂ ਰਹਿੰਦੀ ਜਾਂ ਸਾਰੀ ਜਗ੍ਹਾ ਸੇਮ ਨਹੀਂ ਰਹਿੰਦੀ ਤਾਂ ਅਸੀਂ ਕਹਾਂਗੇ ਕਿ ਉਹ ਮਿਕਸਚਰ ਹੈਟਰੋਜੀਨੀਅਸ ਮਿਕਸਚਰ ਹੈ। ਥੀਸ ਮਿਕਸਚਰਸ ਕੰਸਿਸਟ ਆਫ 2 or more parts or phases which have different composition। ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਹੈਟਰੋਜੀਨੀਅਸ ਜਿਹੜਾ ਮਿਕਸਚਰਸ ਨੇ ਉਹ 2 ਜਾਂ 2 ਤੋਂ ਵੱਧ ਪਾਰਟਸ ਜਾਂ ਫੇਜ਼ਸ ਤੋਂ ਬਣਦੇ ਨੇ ਅਤੇ ਉਹਨਾਂ ਪਾਰਟਸ ਦੀ ਜਾਂ ਉਹਨਾਂ ਫੇਜ਼ਸ ਦੀ ਜਿਹੜੀ ਕੰਪੋਜੀਸ਼ਨ ਹੈ ਉਹ ਅਲੱਗ-ਅਲੱਗ ਹੁੰਦੀ ਹੈ। ਤਾਂ these have visible boundaries of separation between the different constituents। ਹੈਟਰੋਜੀਨੀਅਸ ਮਿਕਸਚਰ ਦੇ ਵਿੱਚ ਤੁਹਾਨੂੰ ਜਿਹੜੇ ਕੌਂਸਟੀਟਿਊਐਂਟ ਨੇ ਇਸ ਦੇ ਉਹ ਅਲੱਗ-ਅਲੱਗ ਨਜ਼ਰ ਆਉਣਗੇ and they can be easily seen even with naked eye। ਅਤੇ ਇਹਨਾਂ ਦੇ ਕੰਪੋਨੈਂਟਸ ਨੂੰ ਤੁਸੀਂ ਆਪਣੀ ਅੱਖ ਦੇ ਨਾਲ ਵੀ ਦੇਖ ਸਕਦੇ ਹੋ। ਜਿਵੇਂ ਅਸੀਂ ਪਾਣੀ ਦੇ ਵਿੱਚ ਜੇਕਰ ਸੈਂਡ ਜਾਂ ਰੇਤ ਨੂੰ ਮਿਲਾ ਦਈਏ ਤਾਂ ਤੁਸੀਂ ਆਸਾਨੀ ਦੇ ਨਾਲ ਦੇਖੋਗੇ ਕਿ ਪਾਣੀ ਅਲੱਗ ਦਿਖੇਗਾ ਅਤੇ ਜਿਹੜਾ ਰੇਤ ਹੈ ਜਾਂ ਸੈਂਡ ਹੈ ਉਹ ਨੀਚੇ ਬੈਠ ਜਾਂਦੀ ਹੈ, ਉਹ ਸਾਨੂੰ ਅਲੱਗ ਨਜ਼ਰ ਆਉਂਦੀ ਹੈ। ਮਤਲਬ ਕਿ ਹੈਟਰੋਜੀਨੀਅਸ ਮਿਕਸਚਰ ਉਹ ਮਿਕਸਚਰ ਨੇ ਜਿਸ ਦੇ ਵਿੱਚ ਜਿੰਨੇ ਵੀ ਕੰਪੋਨੈਂਟਸ ਹੋਣਗੇ ਉਹ ਸਾਨੂੰ ਅਲੱਗ-ਅਲੱਗ ਨਜ਼ਰ ਆਉਣਗੇ ਅਤੇ ਇਹਨਾਂ ਨੂੰ ਅਸੀਂ ਆਪਣੀ ਅੱਖ ਦੇ ਨਾਲ ਵੀ ਦੇਖ ਸਕਦੇ ਹਾਂ। ਇਸ ਤੋਂ ਬਾਅਦ ਅੱਜ ਅਸੀਂ ਡਿਫਰੈਂਸ ਬਿਟਵੀਨ ਕੰਪਾਊਂਡ ਐਂਡ ਮਿਕਸਚਰ ਬਾਰੇ ਪੜ੍ਹਨਾ ਹੈ। ਸਭ ਤੋਂ ਪਹਿਲਾਂ ਹੈ ਜੀ ਇਨ ਅ ਕੰਪਾਊਂਡ 2 or more elements are combined chemically। ਕਹਿਣ ਦਾ ਮਤਲਬ ਕਿ ਕੰਪਾਊਂਡ ਦੇ ਵਿੱਚ 2 ਜਾਂ 2 ਤੋਂ ਜ਼ਿਆਦਾ ਐਲੀਮੈਂਟਸ ਬੌਂਡ ਬਣਾ ਕੇ ਇੱਕ ਦੂਜੇ ਨਾਲ ਜੁੜਦੇ ਨੇ। ਜਦੋਂ ਕਿ ਦੂਜੇ ਪਾਸੇ ਜੇ ਅਸੀਂ ਮਿਕਸਚਰ ਦੀ ਗੱਲ ਕਰੀਏ ਇਹਨਾਂ ਮਿਕਸਚਰ 2 or more elements or compounds just mix together। ਮਿਕਸਚਰ ਦੇ ਵਿੱਚ 2 ਜਾਂ 2 ਤੋਂ ਜ਼ਿਆਦਾ ਐਲੀਮੈਂਟਸ ਜਾਂ ਕੰਪਾਊਂਡ ਜਸਟ ਮਿਕਸ ਟੂਗੈਦਰ ਸਿਰਫ ਆਪਸ ਦੇ ਵਿੱਚ ਫਿਜ਼ੀਕਲੀ ਕੰਬਾਈਨ ਹੁੰਦੇ ਨੇ ਅਤੇ ਇਹਨਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਬੌਂਡ ਨਹੀਂ ਬਣਦਾ। ਸੋ ਸੈਕੰਡ ਪੁਆਇੰਟ ਕੰਪਾਊਂਡ ਦੇ ਵਿੱਚ ਹੈ the compounds contains 2 or more elements in a fixed ratio by mass। its composition is always fixed। ਜਿਵੇਂ ਕਿ ਅਸੀਂ ਪਹਿਲਾਂ ਵੀ ਪੜ੍ਹ ਚੁੱਕੇ ਹਾਂ ਕਿ ਕੰਪਾਊਂਡ 2 ਜਾਂ 2 ਤੋਂ ਜ਼ਿਆਦਾ ਐਲੀਮੈਂਟਸ ਤੋਂ ਮਿਲ ਕੇ ਬਣਦਾ ਹੈ ਅਤੇ ਉਹਨਾਂ ਐਲੀਮੈਂਟਸ ਦੀ ਆਪਸ ਦੇ ਵਿੱਚ ਜਿਹੜੀ ਮਾਸ ਦੀ ਰੇਸ਼ੋ ਹੈ ਉਹ ਹਮੇਸ਼ਾ ਹੀ ਫਿਕਸ ਰਹਿੰਦੀ ਹੈ। ਜਿਸ ਤਰ੍ਹਾਂ ਅਸੀਂ ਵਾਟਰ ਦੀ ਐਗਜ਼ਾਮਪਲ ਡਿਸਕਸ ਕੀਤੀ ਸੀ। ਸੋ ਇਟਸ ਕੰਪੋਜੀਸ਼ਨ ਇਜ਼ ਆਲਵੇਜ਼ ਫਿਕਸਡ। ਕੰਪਾਊਂਡ ਦੀ ਕੰਪੋਜੀਸ਼ਨ ਹਮੇਸ਼ਾ ਹੀ ਫਿਕਸ ਰਹਿੰਦੀ ਹੈ। ਜਦੋਂ ਕਿ ਦੂਜੇ ਪਾਸੇ ਮਿਕਸਚਰ ਦੇ ਵਿੱਚ ਦ ਕੰਪੋਨੈਂਟਸ ਆਫ ਅ ਮਿਕਸਚਰ ਮੇ ਬੀ ਪ੍ਰੈਜ਼ੈਂਟ ਇਨ ਐਨੀ ਰੇਸ਼ੋ। ਮਿਕਸਚਰ ਦੇ ਕੰਪੋਨੈਂਟਸ ਦੀ ਜਿਹੜੀ ਰੇਸ਼ੋ ਹੈ ਉਹ ਕੋਈ ਵੀ ਹੋ ਸਕਦੀ ਹੈ, ਯਾਨੀ ਕੰਪੋਨੈਂਟ ਕੋਈ ਜ਼ਿਆਦਾ ਵੀ ਹੋ ਸਕਦਾ ਹੈ ਅਤੇ ਕੋਈ ਘੱਟ ਵੀ ਹੋ ਸਕਦਾ ਹੈ। ਇਟਸ ਕੰਪੋਜੀਸ਼ਨ ਇਜ਼ ਵੇਰੀਏਬਲ। ਮਿਕਸਚਰ ਦੇ ਕੰਪੋਨੈਂਟ ਦੀ ਜਿਹੜੀ ਰੇਸ਼ੋ ਹੈ ਉਹ ਘੱਟ ਵੱਧ ਸਕਦੀ ਹੈ। ਥਰਡ ਪੁਆਇੰਟ ਹੈ ਜੀ ਸਾਡੇ ਕੋਲ ਕੰਪਾਊਂਡ ਦੇ ਵਿੱਚ ਅ ਕੰਪਾਊਂਡ ਹੈਜ਼ ਅ ਡੈਫੀਨੇਟ ਫਾਰਮੂਲਾ। ਕੰਪਾਊਂਡ ਦਾ ਜਿਹੜਾ ਫਾਰਮੂਲਾ ਹੈ ਉਹ ਵੀ ਡੈਫੀਨੇਟ ਮਤਲਬ ਕਿ ਫਿਕਸ ਹੋਵੇਗਾ। ਫੋਰ ਐਗਜ਼ਾਮਪਲ ਜਿਵੇਂ ਵਾਟਰ ਦਾ ਜਿਹੜਾ ਫਾਰਮੂਲਾ ਹੈ ਉਹ ਆਲਵੇਜ਼ H2O ਹੀ ਹੋਵੇਗਾ, ਉਹ ਚੇਂਜ ਨਹੀਂ ਹੋ ਸਕਦਾ ਕਿਉਂਕਿ ਵਾਟਰ ਨੂੰ ਬਣਾਉਣ ਵਾਲੇ ਹਾਈਡਰੋਜਨ ਅਤੇ ਆਕਸੀਜਨ ਦੀ ਜਿਹੜੀ ਮਾਸ ਦੀ ਰੇਸ਼ੋ ਹੈ ਉਹ ਹਮੇਸ਼ਾ ਹੀ ਫਿਕਸ ਹੋਏਗੀ। ਦੂਜੇ ਪਾਸੇ ਜਿਹੜਾ ਮਿਕਸਚਰ ਹੈ ਜੀ ਆ ਮਿਕਸਚਰ ਡਜ਼ ਨਾਟ ਹੈਵ ਆ ਡੈਫੀਨੇਟ ਫਾਰਮੂਲਾ ਕਿਉਂਕਿ ਮਿਕਸਚਰ ਦੇ ਜਿਹੜੇ ਕੰਪੋਨੈਂਟਸ ਨੇ ਉਹਨਾਂ ਦੀ ਕੰਪੋਜੀਸ਼ਨ ਫਿਕਸ ਨਹੀਂ ਹੁੰਦੀ। ਸੋ ਇਸ ਕਰਕੇ ਮਿਕਸਚਰ ਦਾ ਜਿਹੜਾ ਫਾਰਮੂਲਾ ਹੈ ਉਹ ਵੀ ਫਿਕਸ ਨਹੀਂ ਹੁੰਦਾ ਜਾਂ ਡੈਫੀਨੇਟ ਨਹੀਂ ਹੁੰਦਾ। ਫੋਰਥ ਪੁਆਇੰਟ ਕੰਪਾਊਂਡ ਦਾ ਹੈ ਜੀ ਆ ਕੰਪਾਊਂਡ ਇਜ਼ ਆਲਵੇਜ਼ ਹੋਮੋਜੀਨੀਅਸ। ਕੰਪਾਊਂਡ ਹਮੇਸ਼ਾ ਹੀ ਹੋਮੋਜੀਨੀਅਸ ਹੁੰਦਾ ਹੈ, ਦੈਟ ਇਜ਼ ਹੈਜ਼ ਦਾ ਸੇਮ ਕੰਪੋਜੀਸ਼ਨ ਥਰੂ ਆਊਟ।
ਪੂਰੇ ਕੰਪਾਊਂਡ ਦੇ ਵਿੱਚ ਐਲੀਮੈਂਟਸ ਦੀ ਜਾਂ ਉਹਦੇ ਕੌਂਸਟੀਟਿਊਐਂਟ ਪਾਰਟੀਕਲ ਦੀ ਜਿਹੜੀ ਕੰਪੋਜੀਸ਼ਨ ਹੈ ਉਹ ਸੇਮ ਰਹਿੰਦੀ ਹੈ। ਜਦੋਂ ਕਿ ਮਿਕਸਚਰ ਦੇ ਵਿੱਚ ਆ ਮਿਕਸਚਰ ਮੇ ਬੀ ਹੋਮੋਜੀਨੀਅਸ ਔਰ ਹੈਟਰੋਜੀਨੀਅਸ। ਅਸੀਂ ਅੱਜ ਹੀ ਪੜ੍ਹਿਆ ਕਿ ਮਿਕਸਚਰ ਜਿਹੜਾ ਹੈ ਉਹ ਹੋਮੋਜੀਨੀਅਸ ਵੀ ਹੋ ਸਕਦਾ ਹੈ, ਜਾਣੀ ਕਿ ਸੇਮ ਕੰਪੋਜੀਸ਼ਨ ਵੀ ਹੋ ਸਕਦੀ ਹੈ, ਅਤੇ ਹੈਟਰੋਜੀਨੀਅਸ ਜਿਹਦੇ ਵਿੱਚ ਜਿਹੜੀ ਕੰਪੋਜੀਸ਼ਨ ਹੈ ਸਬਸਟਾਂਸਿਸ ਦੀ ਜਾਂ ਉਸਦੇ ਕੰਪੋਨੈਂਟਸ ਦੀ ਉਹ ਅਲੱਗ-ਅਲੱਗ ਵੀ ਹੋ ਸਕਦੀ ਹੈ। ਸੋ 5th ਪੁਆਇੰਟ ਆਈ ਸਾਡੇ ਕੋਲ ਕੰਪਾਊਂਡਸ ਦੇ ਵਿੱਚ ਆ ਕੈਮੀਕਲ ਰਿਐਕਸ਼ਨ ਟੇਕਸ ਪਲੇਸ। ਕੰਪਾਊਂਡ ਦੇ ਵਿੱਚ ਕੈਮੀਕਲ ਰਿਐਕਸ਼ਨਸ ਹੁੰਦੀਆਂ ਨੇ, ਮਤਲਬ ਕਿ ਬ੍ਰੇਕਿੰਗ ਆਫ ਓਲਡ ਬੌਂਡਸ ਐਂਡ ਦਾ ਫਾਰਮੇਸ਼ਨ ਆਫ ਨਿਊ ਬੌਂਡਸ। ਪੁਰਾਣੇ ਬੌਂਡ ਟੁੱਟਦੇ ਨੇ ਅਤੇ ਨਵੇਂ ਬੌਂਡ ਬਣਦੇ ਨੇ, ਐਂਡ ਦੇਅਰਫੋਰ ਦਾ ਫਾਰਮੇਸ਼ਨ ਆਫ ਕੰਪਾਊਂਡ ਟੇਕਸ ਪਲੇਸ ਵਿਦ ਐਬਜ਼ੌਰਪਸ਼ਨ ਔਰ ਇਵੈਲੂਏਸ਼ਨ ਆਫ ਐਨਰਜੀ। ਅਤੇ ਇਸ ਕਰਕੇ ਜਦੋਂ ਵੀ ਕੰਪਾਊਂਡ ਬਣਦਾ ਹੈ ਉਸ ਦੇ ਵਿੱਚ ਜਾਂ ਤਾਂ ਐਨਰਜੀ ਨੂੰ ਲਿਆ ਜਾਵੇਗਾ ਜਾਂ ਐਨਰਜੀ ਬਾਹਰ ਕੱਢੀ ਜਾਵੇਗੀ। ਇਸ ਦੇ ਉਲਟ ਜੇ ਅਸੀਂ ਮਿਕਸਚਰ ਦੇ ਵਿੱਚ ਦੇਖੀਏ, ਨੋ ਕੈਮੀਕਲ ਰਿਐਕਸ਼ਨ ਟੇਕਸ ਪਲੇਸ। ਅਸੀਂ ਸਟਾਰਟਿੰਗ 'ਚ ਪਹਿਲਾ ਪੁਆਇੰਟ ਪੜ੍ਹਿਆ ਸੀ ਕਿ ਮਿਕਸਚਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕੈਮੀਕਲ ਰਿਐਕਸ਼ਨ ਨਹੀਂ ਹੁੰਦੀ, ਉਸ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਬੌਂਡ ਨਹੀਂ ਬਣਦਾ। ਸੋ ਨੋ ਕੈਮੀਕਲ ਰਿਐਕਸ਼ਨ ਟੇਕਸ ਪਲੇਸ, ਮਿਕਸਚਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੈਮੀਕਲ ਰਿਐਕਸ਼ਨ ਨਹੀਂ ਹੁੰਦੀ, ਐਂਡ ਦੇਅਰਫੋਰ ਦਾ ਫਾਰਮੇਸ਼ਨ ਆਫ ਮਿਕਸਚਰ ਇਜ਼ ਨਾਟ ਅਕੰਪਨੀਡ ਬਾਏ ਐਨੀ ਐਨਰਜੀ ਚੇਂਜ। ਅਤੇ ਇਸ ਕਰਕੇ ਮਿਕਸਚਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਐਨਰਜੀ ਚੇਂਜ ਨਹੀਂ ਹੋਵੇਗੀ, ਨਾ ਇਸ ਦੇ ਵਿੱਚ ਐਨਰਜੀ ਲਈ ਜਾਵੇਗੀ ਅਤੇ ਨਾ ਹੀ ਇਹਦੇ ਵਿੱਚੋਂ ਐਨਰਜੀ ਬਾਹਰ ਕੱਢੀ ਜਾਵੇਗੀ। ਹਾਂਜੀ, 6th ਪੁਆਇੰਟ ਹੈ ਕੰਪਾਊਂਡ ਦੇ ਵਿੱਚ the properties of the compound are entirely different from those of its constituents। ਕੰਪਾਊਂਡ ਦੀਆਂ ਪ੍ਰੋਪਰਟੀਜ਼ ਜਿਵੇਂ ਕਿ ਅਸੀਂ ਪਹਿਲਾਂ ਹੀ ਪੜ੍ਹ ਚੁੱਕੇ ਹਾਂ ਕਿ ਉਸ ਨੂੰ ਬਣਾਉਣ ਵਾਲੇ ਕੌਂਸਟੀਟਿਊਐਂਟ ਪਾਰਟੀਕਲਸ ਤੋਂ ਬਿਲਕੁਲ ਅਲੱਗ ਹੁੰਦੀਆਂ ਨੇ। ਜਿਵੇਂ ਹਾਈਡਰੋਜਨ ਅਤੇ ਆਕਸੀਜਨ ਤੋਂ ਜਿਹੜਾ ਵਾਟਰ ਬਣਦਾ ਹੈ ਕੰਪਾਊਂਡ, ਤਾਂ ਵਾਟਰ ਦੀਆਂ ਜਿਹੜੀਆਂ ਪ੍ਰੋਪਰਟੀਜ਼ ਨੇ ਉਹ ਦੋਨੋਂ ਹਾਈਡਰੋਜਨ ਅਤੇ ਆਕਸੀਜਨ ਤੋਂ ਅਲੱਗ ਹੁੰਦੀਆਂ ਨੇ। ਜਦੋਂ ਕਿ ਮਿਕਸਚਰ ਦੇ ਵਿੱਚ ਆ ਮਿਕਸਚਰ ਸ਼ੋਜ਼ ਦਾ ਪ੍ਰੋਪਰਟੀਜ਼ ਆਫ ਇਟਸ ਕੌਂਸਟੀਟਿਊਐਂਟ। ਮਿਕਸਚਰ ਦੇ ਵਿੱਚ ਅਸੀਂ ਦੇਖਿਆ ਕਿ ਮਿਕਸਚਰ ਅਤੇ ਉਸ ਨੂੰ ਬਣਾਉਣ ਵਾਲੇ ਪਾਰਟੀਕਲਸ ਜਾਂ ਕੰਪੋਨੈਂਟਸ ਉਹਨਾਂ ਦੀਆਂ ਪ੍ਰੋਪਰਟੀਜ਼ ਸੇਮ ਹੁੰਦੀਆਂ ਨੇ। ਨੈਕਸਟ ਜੀ 7th ਪੁਆਇੰਟ ਹੈ ਆ ਕੰਪਾਊਂਡ ਕੈਨ ਨਾਟ ਬੀ ਸੈਪਰੇਟਡ ਇਨਟੂ ਇਟਸ ਕੌਂਸਟੀਟਿਊਐਂਟਸ ਬਾਏ ਆਰਡੀਨਰੀ ਫਿਜ਼ੀਕਲ ਮੈਥਡ। ਆਮ ਫਿਜ਼ੀਕਲ ਮੈਥਡਸ ਦੇ ਰਾਹੀਂ ਅਸੀਂ ਕੰਪਾਊਂਡਸ ਦੇ ਪਾਰਟੀਕਲਸ ਨੂੰ ਅਲੱਗ ਨਹੀਂ ਕਰ ਸਕਦੇ। These can be separated by chemical or electrochemical reactions। ਕੰਪਾਊਂਡ ਦੇ ਪਾਰਟੀਕਲਸ ਨੂੰ ਅਲੱਗ ਕਰਨ ਦੇ ਲਈ ਸਾਨੂੰ ਕੈਮੀਕਲ ਰਿਐਕਸ਼ਨਸ ਕਰਨੀਆਂ ਪੈਣਗੀਆਂ। ਜਦੋਂ ਕਿ ਮਿਕਸਚਰ ਦੇ ਵਿੱਚ ਆ ਮਿਕਸਚਰ ਕੈਨ ਬੀ ਸੈਪਰੇਟਡ ਇਨਟੂ ਇਟਸ ਕੌਂਸਟੀਟਿਊਐਂਟਸ ਬਾਏ ਫਿਜ਼ੀਕਲ ਮੈਥਡਸ ਲਾਈਕ ਫਿਲਟਰੇਸ਼ਨ, ਇਵੈਪੋਰੇਸ਼ਨ, ਡਿਸਟਿਲੇਸ਼ਨ ਐਟਸੈਕਟਰਾ। ਮਿਕਸਚਰ ਦੇ ਪਾਰਟੀਕਲਸ ਨੂੰ ਅਸੀਂ ਫਿਜ਼ੀਕਲ ਮੈਥਡ ਜਿਸ ਤਰ੍ਹਾਂ ਫਿਲਟਰੇਸ਼ਨ ਹੋ ਗਈ, ਵੈਪੋਰੇਸ਼ਨ ਹੋ ਗਈ ਜਾਂ ਡਿਸਟਿਲੇਸ਼ਨ ਹੈ ਜਾਂ ਹੋਰ ਵੀ ਬਹੁਤ ਸਾਰੇ ਫਿਜ਼ੀਕਲ ਮੈਥਡ ਨੇ, ਉਹਨਾਂ ਦੇ ਰਾਹੀਂ ਅਸੀਂ ਮਿਕਸਚਰ ਦੇ ਪਾਰਟੀਕਲਸ ਨੂੰ ਅਲੱਗ-ਅਲੱਗ ਕਰ ਸਕਦੇ ਹਾਂ। ਸੋ ਲਾਸਟ ਪੁਆਇੰਟ ਹੈ ਜੀ 8th ਕੰਪਾਊਂਡ ਦੇ ਵਿੱਚ ਆ ਕੰਪਾਊਂਡ ਹੈਜ਼ ਆ ਫਿਕਸਡ ਮੈਲਟਿੰਗ ਪੁਆਇੰਟ, ਬੋਇਲਿੰਗ ਪੁਆਇੰਟ ਐਟਸੈਕਟਰਾ। ਕਿਉਂਕਿ ਕੰਪਾਊਂਡ ਨੂੰ ਬਣਾਉਣ ਵਾਲੇ ਕੌਂਸਟੀਟਿਊਐਂਟ ਪਾਰਟੀਕਲਸ ਦੇ ਮਾਸ ਦੀ ਰੇਸ਼ੋ ਫਿਕਸ ਹੁੰਦੀ ਹੈ। ਸੋ ਇਸ ਕਰਕੇ ਜਿੰਨੀਆਂ ਵੀ ਕੰਪਾਊਂਡਸ ਦੀਆਂ ਪ੍ਰੋਪਰਟੀਜ਼ ਹੋਣਗੀਆਂ, ਚਾਹੇ ਉਹ ਮੈਲਟਿੰਗ ਪੁਆਇੰਟ ਹੈ, ਚਾਹੇ ਉਹ ਬੋਇਲਿੰਗ ਪੁਆਇੰਟ ਹੈ, ਉਹ ਵੀ ਹਮੇਸ਼ਾ ਹੀ ਫਿਕਸ ਹੀ ਹੋਣਗੇ। ਜਦੋਂ ਕਿ ਮਿਕਸਚਰ ਦੇ ਵਿੱਚ ਆ ਮਿਕਸਚਰ ਡਜ਼ ਨਾਟ ਹੈਵ ਫਿਕਸਡ ਮੈਲਟਿੰਗ ਪੁਆਇੰਟ, ਬੋਇਲਿੰਗ ਪੁਆਇੰਟ ਐਟਸੈਕਟਰਾ। ਮਿਕਸਚਰ ਨੂੰ ਬਣਾਉਣ ਵਾਲੇ ਪਾਰਟੀਕਲ ਦੇ ਮਾਸ ਦੀ ਰੇਸ਼ੋ ਫਿਕਸ ਨਹੀਂ ਹੁੰਦੀ, ਉਹ ਰੇਸ਼ੋ ਕੋਈ ਵੀ ਹੋ ਸਕਦੀ ਹੈ। ਇਸ ਕਰਕੇ ਮਿਕਸਚਰ ਦਾ ਜਿਹੜਾ ਮੈਲਟਿੰਗ ਪੁਆਇੰਟ ਹੈ ਜਾਂ ਬੋਇਲਿੰਗ ਪੁਆਇੰਟ ਹੈ ਉਹ ਵੀ ਫਿਕਸ ਨਹੀਂ ਹੁੰਦਾ। ਮੈਨੂੰ ਉਮੀਦ ਹੈ ਵੀ ਤੁਹਾਨੂੰ ਅੱਜ ਦਾ ਜਿਹੜਾ ਲੈਕਚਰ ਸਮਝ ਆਇਆ ਹੋਣਾ। ਥੈਂਕ ਯੂ ਸੋ ਮੱਚ।